SYL ਤੇ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੇ ਪਾਲੇ ਦੇ ਵਿੱਚ ਸੁੱਟੀ ਗੇਂਦ। ਕਿਹਾ SYL ਦੇ ਮਸਲੇ ਤੇ ਹੱਲ ਕੱਢੇ ਕੇਂਦਰ ਸਰਕਾਰ। ਮੀਟਿੰਗਾਂ ਤੇ ਨਾ ਹੋਵੇ ਫਾਰਮੈਲਿਟੀ। ਕੇਜਰੀਵਾਲ ਬੋਲੇ, ਜੇ ਪ੍ਰਧਾਨ ਮੰਤਰੀ ਦੇ ਕੋਲ ਨਹੀਂ ਹੈ ਕੋਈ ਹੱਲ ਤਾਂ ਮੇਰੇ ਕੋਲ ਲੈਣ ਸਲਾਹ। SYL ਤੇ ਪੱਕੀ ਸਿਆਸਤ। ਅਕਾਲੀ ਦਲ ਤੇ ਕਾਂਗਰਸ ਨੇ ਮੁੱਖ ਮੰਤਰੀ ਮਾਨ ਦੇ ਉੱਤੇ ਲਗਾਏ ਗੰਭੀਰ ਇਲਜ਼ਾਮ। ਕਿਹਾ ਕੁਰਸੀ ਦੇ ਲਈ ਸੀਐਮ ਮਾਨ ਨੇ ਪੰਜਾਬ ਦੀ ਪਿੱਠ ਦੇ ਵਿੱਚ ਮਾਰਿਆ ਛੁਰਾ। ਪੰਜਾਬ ਦਾ ਪਾਣੀ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਜਾਣ ਦਿਆਂਗੇ ਬਾਹਰ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨਾਭਾ ਜੇਲ੍ਹ ਤੋਂ ਆਏ ਬਾਹਰ। ਕਾਂਗਰਸ ਨੇ ਢੋਲ ਵਜਾ ਕੇ ਕੀਤਾ ਸਵਾਗਤ। ਧਰਮਸੋਤ ਬੋਲੇ, ਜੇਲ੍ਹ 'ਚ ਰਹਿ ਕੇ ਆਪਣੇ ਬੇਗਾਨਿਆਂ ਦਾ ਲੱਗਿਆ ਪਤਾ। ਫਰੀਦਕੋਟ ਦੀ ਸ਼ਾਹੀ ਵਿਰਾਸਤ ਦੇ ਉੱਤੇ ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਫੈਸਲਾ ਰੱਖਿਆ ਬਰਕਰਾਰ। 20,000 ਕਰੋੜ ਦੀ ਪ੍ਰਾਪਰਟੀ ਦੇ ਵੱਡੇ ਹਿੱਸੇ ਤੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀਆਂ ਦੋਵੇਂ ਬੇਟੀਆਂ ਦਾ ਹੱਕ। ਮਹਾਰਾਵਲ ਖੇਵਾਜੀ ਟਰਸਟ ਦਾ ਦਾਅਵਾ ਰੱਦ। ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਈਮੇਲ ਤੇ ਧਮਕੀ ਦੇਣ ਵਾਲਾ ਸ਼ਖਸ ਦਿੱਲੀ ਤੋਂ ਗ੍ਰਿਫਤਾਰ। ਮਾਨਸਾ ਪੁਲਿਸ ਨੇ ਕੀਤੀ ਗ੍ਰਿਫਤਾਰੀ। ਰਾਜਸਥਾਨ ਦਾ ਰਹਿਣ ਵਾਲਾ ਹੈ ਮੁਲਜ਼ਮ ਮਹੀਪਾਲ। ਮਸ਼ਹੂਰ ਹੋਣ ਦੇ ਲਈ ਅਤੇ ਇੰਸਟਾਗ੍ਰਾਮ ਤੇ ਫਾਲੋਅਰਸ ਵਧਾਉਣ ਦੇ ਲਈ ਦਿੱਤੀ ਸੀ ਧਮਕੀ। ਗੁਰਦਾਸ ਮਾਨ ਦਾ ਨਵਾਂ ਗੀਤ ਗੱਲ ਸੁਣੋ ਪੰਜਾਬੀ ਦੋਸਤੋ ਰਿਲੀਜ਼। ਵਿਰੋਧ ਕਰਨ ਵਾਲਿਆਂ ਨੂੰ ਦਿੱਤਾ ਜਵਾਬ। ਆਪਣੇ ਅੰਦਾਜ਼ ਦੇ ਵਿੱਚ ਸੁਣਾਈਆਂ ਖਰੀਆਂ ਖਰੀਆਂ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ ਉਹ ਖਬਰਾਂ ਜੋ ਪੰਜਾਬ ਦੇ ਲੋਕਾਂ ਨਾਲ, ਨਿਊਜ਼ 18 ਦੇ ਦਰਸ਼ਕਾਂ ਦੇ ਨਾਲ ਜੁੜੀਆਂ ਹੋਈਆਂ ਨੇ, ਜੋ ਸਰਕਾਰ ਦੇ ਕੰਨਾਂ ਤੱਕ ਪਹੁੰਚਣੀਆਂ ਜ਼ਰੂਰੀ ਨੇ। ਉਹ ਖਬਰਾਂ ਅਸੀਂ ਇਸ ਸ਼ੋਅ ਦੇ ਜ਼ਰੀਏ ਲੈ ਕੇ ਆਉਂਦੇ ਹਾਂ ਤੇ ਜੋ ਤੁਹਾਡੇ ਲਈ ਵੀ ਜਾਣਨੀਆਂ ਜ਼ਰੂਰੀ ਨੇ ਉਹ ਖਬਰਾਂ। ਜਿਹਾਂ ਸ਼ੁਰੂਆਤ ਅੱਜ ਕਰਨ ਜਾ ਰਹੇ ਹਾਂ ਸਟੇਜ ਤੋਂ। ਸਟੇਜ ਦੇ ਉੱਤੇ ਇੱਕ ਕਲਾਕਾਰ ਦੀ ਮੌਤ ਹੋਈ ਹੈ ਔਰ ਖਬਰ ਹੈ ਜੰਮੂ ਤੋਂ। ਜੰਮੂ ਦੇ ਵਿੱਚ ਸਟੇਜ ਦੇ ਉੱਤੇ ਪੇਸ਼ਕਾਰੀ ਦੇ ਦੌਰਾਨ ਮੌਤ ਹੋ ਗਈ। ਜਾਗਰਣ ਮਾਤਾ ਦਾ ਜਾਗਰਣ ਸੀ ਤੇ ਇਸ ਦੌਰਾਨ ਮੌਤ ਹੋਈ ਹੈ। 20 ਸਾਲ ਦੀ ਯੋਗੇਸ਼ ਗੁਪਤਾ ਦੀ ਇਹ ਮੌਤ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਨ੍ਰਿਤ ਕਰਦੇ ਸਮੇਂ ਯਾਨੀ ਡਾਂਸ ਕਰਦੇ ਸਮੇਂ ਸਟੇਜ ਦੇ ਉੱਤੇ ਯੋਗੇਸ਼ ਡਿੱਗ ਗਏ। ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉੱਥੇ ਮ੍ਰਿਤ ਐਲਾਨ ਦਿੱਤਾ। ਤਾਂ ਬਹੁਤ ਮੰਦਭਾਗੀ ਖਬਰ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਜੰਮੂ ਦੇ ਵਿੱਚ ਸਟੇਜ ਦੇ ਉੱਤੇ ਪੇਸ਼ਕਾਰੀ ਕੀਤੀ ਜਾ ਰਹੀ ਸੀ ਇਸ ਕਲਾਕਾਰ ਦੇ ਵੱਲੋਂ। ਨਾਮ ਦੱਸੇ ਜਾ ਰਹੇ ਯੋਗੇਸ਼। ਭਗਵਤੀ ਮਾਤਾ ਦਾ ਜਾਗਰਣ ਸੀ ਉੱਥੇ ਤੇ ਜਾਗਰਣ ਦੇ ਦੌਰਾਨ ਇਸ ਤਰੀਕੇ ਦੀਆਂ ਜਿਹੜੀਆਂ ਪੇਸ਼ਕਾਰੀਆਂ ਨੇ ਨ੍ਰਿਤ ਦੇ ਜ਼ਰੀਏ ਦਿੱਤੀਆਂ ਜਾਂਦੀਆਂ ਨੇ, ਕੀਤੀਆਂ ਜਾਂਦੀਆਂ ਨੇ ਤੇ ਉਹੀ ਯੋਗੇਸ਼ ਦੇ ਵੱਲੋਂ ਦਿੱਤੀ ਜਾ ਰਹੀ ਸੀ। ਤੇ ਇਹ ਤਸਵੀਰਾਂ ਜ਼ਰੂਰ ਪਰੇਸ਼ਾਨ ਕਰਨ ਵਾਲੀਆਂ ਨੇ ਕਿਉਂਕਿ ਪਲ ਦਾ ਭਰੋਸਾ ਨਹੀਂ ਕਿ ਹੋ ਜਾਣਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਅੱਗੇ। ਤੇ ਕੁਝ ਉਹੀ ਸਭ ਕੁਝ ਇਹ ਬਿਆਨ ਤਸਵੀਰਾਂ ਕਰ ਰਹੀਆਂ ਨੇ। ਜੰਮੂ ਦੇ ਵਿੱਚ ਸਟੇਜ ਦੇ ਉੱਤੇ ਇੱਕ ਕਲਾਕਾਰ ਦੇ ਵੱਲੋਂ ਆਪਣੀ ਪਰਫਾਰਮੈਂਸ ਦਿੱਤੀ ਜਾ ਰਹੀ ਸੀ। ਜਾਗਰਣ ਦਾ ਮੌਕਾ ਸੀ ਤੇ ਮਾਤਾ ਦੇ ਦਰਬਾਰ ਸਜਿਆ ਹੁੰਦਾ। ਜਦੋਂ ਜਾਗਰਣ ਹੁੰਦਾ ਹੈ ਮਾਤਾ ਦਾ ਦਰਬਾਰ ਸਜਿਆ ਹੋਇਆ ਤੇ ਉੱਥੇ ਹੀ ਇਸ ਦੌਰਾਨ ਇੱਕ ਕਲਾਕਾਰ ਡਿੱਗ ਜਾਂਦਾ ਹੈ। ਖੈਰ ਇਹ ਤਸਵੀਰਾਂ ਜ਼ਰੂਰ ਪਰੇਸ਼ਾਨ ਕਰਨ ਵਾਲੀਆਂ ਨੇ ਪਰ ਇਹ ਇੱਕ ਦੱਸਣ ਵਾਲੀਆਂ ਤਸਵੀਰਾਂ ਵੀ ਨੇ ਕਿ ਆਖਿਰ ਆਪਾਂ ਬਹੁਤ ਸਾਰੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਕਰਦੇ ਹਾਂ ਪਰ ਪਲ ਦੇ ਵਿੱਚ ਕੀ ਹੋ ਜਾਣਾ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਨਹੀਂ ਪਤਾ। ਖੈਰ ਉੱਥੇ ਜਿਹੜੇ ਹੋਰ ਸਾਥੀ ਕਲਾਕਾਰ ਸੀ ਉਹਨਾਂ ਨੂੰ ਵੀ ਸ਼ਾਇਦ ਲੱਗਿਆ ਕਿ ਇਹ ਇਸ ਦੇ ਇੱਕ ਪਰਫਾਰਮੈਂਸ ਦਾ ਹਿੱਸਾ ਹੋ ਸਕਦਾ ਹੈ ਪਰ ਜਦੋਂ ਕਾਫੀ ਦੇਰ ਤੱਕ ਕਰੀਬ 1.5 ਮਿੰਟ ਬੀਤ ਗਿਆ ਉਹ ਨਹੀਂ ਉੱਠਿਆ ਯੋਗੇਸ਼ ਤਾਂ ਉੱਥੇ ਬਾਕੀ ਕਲਾਕਾਰ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਫਿਰ ਚੁੱਕਿਆ ਗਿਆ ਕਿ ਆਖਿਰ ਇਹ ਹੋ ਕੀ ਗਿਆ। ਤਾਂ ਇਹ ਨ੍ਰਿਤ ਹੋ ਰਿਹਾ ਹੈ ਤੇ ਨ੍ਰਿਤ ਹੁੰਦੇ ਹੁੰਦੇ ਇੱਕ ਕਲਾਕਾਰ ਦੇ ਵੱਲੋਂ ਆਪਣੀ ਪੇਸ਼ਕਾਰੀ ਦਿੱਤੀ ਜਾ ਰਹੀ ਸੀ ਤੇ ਉਸ ਦੌਰਾਨ ਹੀ ਉਹ ਉਸ ਥਾਂ ਦੇ ਉੱਤੇ ਸਟੇਜ ਦੇ ਉੱਤੇ ਢੇਰੀ ਹੋ ਗਿਆ। ਉਸ ਥਾਂ ਦੇ ਉੱਤੇ ਹੀ ਜਿਹੜਾ ਇੱਕ ਤਰੀਕੇ ਨਾਲ ਬੇਸੁੱਧ ਹੋ ਗਿਆ ਤੇ ਉਸ ਤੋਂ ਬਾਅਦ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿਉਂਕਿ ਕੁਝ ਹਿੱਲਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਸ਼ਾਇਦ ਆਪਣੇ ਸਾਥੀਆਂ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਆਮ ਤੌਰ ਤੇ ਜਦੋਂ ਕੋਈ ਪਰਫਾਰਮੈਂਸ ਦਿੰਦਾ ਤਾਂ ਫਿਰ ਉਸ ਕਰੈਕਟਰ ਦੇ ਵਿੱਚ ਬਹੁਤ ਲੋਕ ਉਤਰ ਜਾਂਦੇ ਨੇ। ਇਸ ਕਰਕੇ ਸ਼ਾਇਦ ਜਿਹੜੇ ਸਾਥੀ ਕਲਾਕਾਰ ਨੇ ਉਹਨਾਂ ਨੂੰ ਬਿਲਕੁਲ ਸ਼ੁਰੂਆਤੀ ਤੌਰ ਦੇ ਉੱਤੇ ਸਮਝ ਹੀ ਨਹੀਂ ਆਇਆ ਕਿ ਇਹ ਉਸ ਦੀ ਪਰਫਾਰਮੈਂਸ ਦਾ ਹਿੱਸਾ ਨਹੀਂ ਹੈ ਬਲਕਿ ਇਹ ਤਾਂ ਕੁਝ ਅਜਿਹਾ ਹੋਇਆ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਹੈ। ਤਾਂ ਇਹ ਯੋਗੇਸ਼ ਜਦੋਂ ਸਟੇਜ ਦੇ ਉੱਤੇ ਇਸ ਤਰੀਕੇ ਨਾਲ ਲਿਟ ਗਿਆ, ਇੱਕ ਤਰੀਕੇ ਨਾਲ ਬੇਸੁੱਧ ਹਾਲਤ ਦੇ ਵਿੱਚ ਪਿਆ ਸੀ ਤਾਂ ਉਸ ਤੋਂ ਥੋੜੀ ਦੇਰ ਬਾਅਦ ਕੁਝ ਸਕਿੰਟਾਂ ਮਿੰਟਾਂ ਬਾਅਦ ਜਿਹੜੇ ਸਾਥੀ ਕਲਾਕਾਰ ਨੇ ਉਹਨਾਂ ਨੂੰ ਸਮਝ ਆਈ ਕਿ ਨਹੀਂ ਇਹ ਕੁਝ ਗਲਤ ਹੋਇਆ ਹੈ ਤਾਂ ਉੱਥੇ ਉਹ ਪਹੁੰਚਦੇ ਨੇ। ਇਨਫੈਕਟ ਜਿਹੜੇ ਦੂਜੇ ਸਾਥੀ ਕਲਾਕਾਰ ਨੇ ਉਹ ਭਗਵਾਨ ਸ਼ਿਵ ਦੀ ਭੂਮਿਕਾ ਦੇ ਵਿੱਚ ਨਜ਼ਰ ਆ ਰਹੇ ਨੇ, ਉਹਨਾਂ ਦੀ ਤਰ੍ਹਾਂ ਉਹ ਦਿਖ ਰਹੇ ਨੇ ਤਾਂ ਉਹ ਵੀ ਇਸ ਪੂਰੀ ਜਿਹੜੀ ਪਰਫਾਰਮੈਂਸ ਦਾ ਹਿੱਸਾ ਸੀ। ਆਮ ਤੌਰ ਤੇ ਜਦੋਂ ਕਿਸੇ ਦੀ ਪਰਫਾਰਮੈਂਸ ਹੁੰਦੀ ਹੈ ਤਾਂ ਇੱਕ ਕਲਾਕਾਰ ਜਾਂਦਾ, ਉਸ ਤੋਂ ਬਾਅਦ ਦੂਜੇ ਕਲਾਕਾਰ ਦੇ ਵੱਲੋਂ ਐਂਟਰੀ ਕਰਕੇ ਇਸ ਤਰੀਕੇ ਨਾਲ ਜਾਗਰਣ ਦੇ ਸਮੇਂ
परफॉर्मेंस दी जाती है। तो यह नृत्य पेश किया जा रहा सी, जिस दौरान ये पूरा जिहड़ा घटनाक्रम वापरिया है और स्टेज के उत्ते कलाकार की मौत हो गई। इथों लैके गए ने हस्पताल, जिहड़े उत्थे प्रबंधक सी, होर लोग उत्थे मौजूद सी, पर बचाया नहीं जा सकिया। जदों तक हस्पताल पहुंचे तो डॉक्टरां ने मृत ऐलान दिता कि जदों तक तुसीं लैके आए हो इन्हां दी मौत हो चुकी सी। हुण कार्डियक अरेस्ट की आखिर मौत की वजह है जरूर जांच का विषय है, पर यह तस्वीर जरूर बयान करती है कि जो आम तौर पर सियाणे कहते हैं कि जिंदगी का भरोसा नहीं कि अगले पल की हो जाना है, तो यह तस्वीर उसकी ही एक उदाहरण है कि नहीं पता जिंदगी च अगले पल हो की जाए। खैर, जदों कोई अपने घर तो कोई परफॉर्मेंस देने के लिए पहुंचा होवे, शुरुआत भी कर दी होवे और लोगों के सामने मौजूद होवे और माता के दरबार दे विच अपनी जिहड़ी रोजगार है उसके जरिए नृत्य कर रहे होण, पर उत्थे मौत हो जाए, फिर फर्क तो पैंदा है। हुण अगे वधदे ते गल 20,000 करोड़ रुपए की प्रॉपर्टी की। क्या तुसीं सही सुनिया? 20,000 करोड़। गल फरीदकोट की शाही विरासत की असीं कर रहे हैं, जिस दे उत्ते 30 साल की लंबी लड़ाई तो बाद सुप्रीम कोर्ट के वल्लों फैसला सुनाया गया ते सारी प्रॉपर्टी का हक महाराजा दियां धीआं नूं दे दिता गया। ते फरीदकोट की शाही विरासत के उत्ते सुप्रीम कोर्ट ने सुप्रीम फैसला सुना दिता ते इस फैसले नूं आउण दे लई 30 साल अदालती लड़ाई लड़ी गई। महाराजा हरिंदर सिंह बराड़ की 20,000 करोड़ की प्रॉपर्टी महाराजा दियां दोवें धीआं अमृत कौर और दीपिंदर कौर की होगी। इस दे नाल ही सुप्रीम कोर्ट ने महारावल खेवा जी ट्रस्ट का दावा भी खारिज कर दिता। दरअसल इस ट्रस्ट के वल्लों विरासत की देखभाल की जा रही सी। सुप्रीम कोर्ट के विच तीनों धिरां ने SLPs फाइल कीतियां। एक तो महारावल खेवा जी ट्रस्ट वालों दीपिंदर कौर ने कहा कि गलत फैसले ने हेठियां कोर्टां दे ते असीं जाके 100% शेयर सी जिहड़ा राजकुमारी अमृत कौर मंगदी सी, इस करके उन्होंने तीजी जिहड़ी अपील सी फाइल की। जो फैसला मानयोग हाई कोर्ट ने कीता सी वो उसनूं ही बरकरार रखा गया। दोनों ही लड़कियां जिहड़ियां ने वो बराबर दियां हिस्सेदार होणगीਆਂ ते उन्हां दा एक भतीजा उन महाराजा साहब दी मदर दी वसीयत दे बेस ते उसनूं उहदा मदर दा जिहड़ा शेयर हो जाएगा। जिक्र खास है कि जुलाई 2020 ਦੇ ਵਿੱਚ महारावल खेवा जी ट्रस्ट ने 1 जून 1982 ਦੀ ਬਰਾੜ ਦੀ ਵਸੀਅਤ ਨੂੰ ਜਾਲੀ ਘੋਸ਼ਿਤ ਕਰਨ ਵਾਲੇ ਹਾਈ ਕੋਰਟ ਦੇ ਆਦੇਸ਼ ਦੇ ਖਿਲਾਫ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਤੇ ਅਗਸਤ 2020 ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ ਤੇ ਆਖਿਰਕਾਰ ਮਹਾਰਾਜਾ ਦੀਆਂ ਧੀਆਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਗਿਆ। तो 20,000 करोड़ की प्रॉपर्टी का जिक्र किया जा रहा है। काबिले गौर भी है कि 20,000 करोड़ की प्रॉपर्टी का जो जिक्र है ये जदों तो केस चलता आ रहा है, करीब 2010 के दौरान इस मुलांकन किया गया सी। हो सकता है मौजूदा समय दे विच इस प्रॉपर्टी की कीमत शायद दुगनी भी हो गई होवे, पर 20,000 करोड़ की प्रॉपर्टी का जिक्र हो रहा है। और काबिले गौर भी है कि 20,000 करोड़ की प्रॉपर्टी किसी एक थां दे उत्ते नहीं है। फरीदकोट का जिक्र है, प्रदेश के ਵੱਖ-ਵੱਖ हिस्सों के विच महाराजा हरजिंदर सिंह बराड़ की 20,000 करोड़ की संपत्ति दसी जाती है। ਤੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਤਾਂ ਪਿੱਛੇ 20,000 ਕਰੋੜ ਰੁਪਏ ਦੀ ਸੰਪत्ति ਛੱਡ ਗਏ, ਜਿਸ ਨੂੰ ਲੈ ਕੇ ਵਿਵਾਦ ਹੋਇਆ, ਕੋਰਟ ਦੇ ਵਿੱਚ ਕੇਸ ਚੱਲਿਆ। ਹੁਣ ਸਵਾਲ ਇਹ ਹੈ ਕਿ 20,000 ਕਰੋੜ ਦੀ ਜਾਇਦਾਦ ਦੇ ਵਿੱਚ ਸ਼ਾਮਿਲ ਕੀ ਹੈ, ਉਹ ਵੀ ਤੁਹਾਨੂੰ ਦੱਸਦੇ ਹਾਂ। ਇਸ 20,000 ਕਰੋੜ ਦੀ ਪ੍ਰਾਪਰਟੀ ਦੇ ਵਿੱਚ ਮਹਾਰਾਜਾ ਦੇ ਕਿਲੇ, ਮਹਿਲਨੁਮਾ ਇਮਾਰਤਾਂ, ਸੈਂਕੜੇ ਏਕੜ ਜ਼ਮੀਨ ਸ਼ਾਮਿਲ ਹੈ, ਜਿਸ ਦੇ ਵਿੱਚ ਫਰੀਦਕੋਟ ਦਾ ਰਾਜ ਮਹਿਲ ਜੋ 14 ਏਕੜ 'ਚ ਬਣਿਆ ਹੈ, ਫਰੀਦਕੋਟ ਦਾ ਕਿਲਾ ਮੁਬਾਰਕ ਜੋ ਕਰੀਬ 10 ਏਕੜ 'ਚ ਬਣਿਆ ਹੈ, ਦਿੱਲੀ ਦਾ ਫਰੀਦਕੋਟ ਹਾਊਸ ਜਿਸ ਦੀ ਕੀਮਤ ਕਰੀਬ 1200 ਕਰੋੜ ਰੁਪਏ ਹੈ, ਚੰਡੀਗੜ੍ਹ ਦਾ ਮਨੀ ਮਾਜਰਾ ਫੋਰਟ ਜੋ 4 ਏਕੜ 'ਚ ਹੈ, ਇਹ ਸਭ ਸ਼ਾਮਿਲ ਨੇ। ਇਸ ਤੋਂ ਇਲਾਵਾ ਸ਼ਿਮਲਾ ਦਾ ਫਰੀਦਕੋਟ ਹਾਊਸ ਜੋ ਕਿ 260 ਬਿੱਗੇ ਦਾ ਬੰਗਲਾ ਹੈ, 18 ਵਿੰਟੇਜ ਕਾਰਸ ਵੀ ਨੇ, 1000 ਕਰੋੜ ਦਾ ਸੋਨਾ ਤੇ ਗਹਿਣੇ ਨੇ ਤੇ ਇੱਕ ਵੱਡਾ बैंक बैलेंस भी है। इस वक्त मैं मौजूद हूँ फरीदकोट हाउस के ठीक सामने। आप देख सकते हैं ये संपत्ति है, ये तकरीबन 20,000 करोड़ की संपत्ति है और देश की सबसे बड़ी अदालत सुप्रीम कोर्ट ने 30 साल लंबी लड़ाई को ख़त्म करते हुए पंजाब और हरियाणा हाई कोर्ट के फैसले को बरकरार रखा है। हाई कोर्ट के फैसले में महाराजा हरिंदर सिंह की दोनों बेटियां यानी अमृत कौर, दीपेंद्र कौर को शाही संपत्ति का बड़ा हिस्सा दिया जाएगा। दस दिए कि महाराजा दे 4 बच्चे सी, जिन दे विचों 2 दी मौत हो चुकी है ते 2 बेटियां नूं हुण अद्धो-अध जायदाद मिलेगी। खैर 20,000 करोड़ की संपत्ति का मामला सी, 3 दहाकियां तक अदालतों के विच केस चलते रहे ते आखिर इस संपत्ति नूं परिवार के ही मैंबरां नूं देण दा आदेश दिता गया है। खैर जदों अदालत के वल्लों फैसला दिता जाए किसी दे लई कि 20,000 करोड़ की संपत्ति इन्हां लोकां दी है ते इन्हां दे विच वंड दित्ती जावे
ਉਹਨਾਂ ਲੋਕਾਂ ਦੇ ਲਈ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਹਾਂ ਤੇ ਅੱਜ ਦਾ ਸਵਾਲ ਇਸੇ ਮੁੱਦੇ ਦੇ ਨਾਲ ਜੁੜਿਆ ਹੋਇਆ ਹੈ ਤੇ ਸਵਾਲ ਹੈ ਕਿ ਕਿਹੜੇ ਸੰਵਿਧਾਨਿਕ ਸੋਧ ਦੇ ਵਿੱਚ ਦੇਸ਼ 'ਚੋਂ ਰਾਜਸ਼ਾਹੀ ਦਾ ਅੰਤ ਕੀਤਾ ਗਿਆ ਸੀ, ਕਿਉਂਕਿ ਫਰੀਦਕੋਟ ਰਿਆਸਤ ਦੇ ਨਾਲ ਜੁੜਿਆ ਹੋਇਆ ਪੂਰਾ ਮੁੱਦਾ ਹੈ ਜੋ 20,000 ਕਰੋੜ ਦਾ ਹੈ। ਪਰ ਜਦੋਂ ਦੇਸ਼ ਆਜ਼ਾਦ ਹੋਇਆ, ਡੈਮੋਕ੍ਰੇਸੀ ਆਈ, ਲੋਕਤੰਤਰ ਆਇਆ ਤਾਂ ਫਿਰ ਰਾਜਸ਼ਾਹੀ ਦਾ ਅੰਤ ਵੀ ਹੋਇਆ। ਜਿਹੜੇ ਰਾਜੇ ਸੀ ਉਹ ਜਿਹੜਾ ਇੱਕ ਆਪਣਾ ਪੂਰਾ ਉੱਥੇ ਰਾਜ ਚਲਾਉਂਦੇ ਸੀ, ਉਹਨਾਂ ਨੂੰ ਵੀ ਦੇਸ਼ ਦੇ ਵਿੱਚ ਸ਼ਾਮਲ ਕੀਤਾ ਗਿਆ। ਇੱਕ ਤਰੀਕੇ ਨਾਲ ਉਹਨਾਂ ਦਾ ਰਾਜਸ਼ਾਹੀ ਦਾ ਅੰਤ ਕਰ ਦਿੱਤਾ ਗਿਆ। ਉਸ ਦੇ ਲਈ ਸੋਧ ਕੀਤਾ ਗਿਆ ਸੀ ਸੰਵਿਧਾਨ ਦੇ ਵਿੱਚ। ਤਾਂ ਉਹ ਕਿਹੜਾ ਸੋਧ ਸੀ? 4 ਆਪਸ਼ਨ ਨੇ ਤੁਹਾਡੇ। 15ਵਾਂ ਸੋਧ ਸੀ, 11ਵਾਂ, 33ਵਾਂ ਜਾਂ 26ਵਾਂ। ਤਾਂ 1947 ਤੋਂ ਬਾਅਦ ਤੋਂ ਹੀ ਰਾਜੇ ਮਹਾਰਾਜਿਆਂ ਨੂੰ ਕੁਝ ਖਾਸ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ। ਇਸ ਨੂੰ ਇੱਕ ਸੋਧ ਦੇ ਜ਼ਰੀਏ ਉਹ ਖਤਮ ਕਰ ਦਿੱਤਾ ਗਿਆ। ਤਾਂ ਇਹੀ ਅੱਜ ਦਾ ਸਵਾਲ ਹੈ ਕਿ ਆਖਿਰ ਉਹ ਕਿਹੜਾ ਸੰਵਿਧਾਨਿਕ ਸੋਧ ਸੀ। ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਇਸ ਸਵਾਲ ਦਾ ਜਵਾਬ ਪੂਰੀ ਜਾਣਕਾਰੀ ਦੇ ਨਾਲ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਹੁਣ ਅੱਗੇ ਵਧਦੇ ਹਾਂ ਤੇ ਗੱਲ ਪੰਜਾਬ ਦੇ ਪਾਣੀਆਂ ਦੀ, SYL ਦੀ। SYL ਦੇ ਉੱਤੇ ਸਿਆਸਤ ਇੱਕ ਵਾਰ ਫਿਰ ਤੋਂ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਹਰਿਆਣਾ ਪਹੁੰਚੇ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ SYL ਦੇ ਉੱਤੇ ਆਪਣਾ ਸਟੈਂਡ ਦੱਸਿਆ। ਬੀਤੇ ਦਿਨੀ ਕੇਂਦਰ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਕਿ ਪੰਜਾਬ ਸਰਕਾਰ ਗੱਲਬਾਤ ਨਹੀਂ ਕਰ ਰਹੀ ਤੇ ਮੁੱਖ ਮੰਤਰੀ ਮਾਨ ਨੇ SYL ਦੇ ਉੱਤੇ ਮੀਟਿੰਗ ਦੇ ਲਈ ਤਿਆਰ ਹੋਣ ਦਾ ਜ਼ਿਕਰ ਕਰ ਦਿੱਤਾ। ਪਰ ਕੇਂਦਰ ਮਸਲੇ ਦਾ ਹੱਲ ਕਰੇ, ਇਹ ਵੀ ਕਿਹਾ ਗਿਆ। केंद्र सरकार का ये फर्ज बनता है कि वो इस समस्या का समाधान करे, ना कि दोनों को मीटिंग में बिठाकर उसके बाद बाहर आकर अपने अपने वक्तव्य देने के लिए उनको छोड़ दें। ਉਧਰ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ BJP ਦੇ ਉੱਤੇ ਅਤੇ ਕਾਂਗਰਸ ਤੇ ਦੋਹਰਾ ਸਟੈਂਡ ਰੱਖਣ ਦੇ ਇਲਜ਼ਾਮ ਲਗਾਏ ਅਤੇ ਨਾਲ ਹੀ ਤੰਜ ਵੀ ਕੱਸਿਆ ਕਿ ਜੇ ਪ੍ਰਧਾਨ ਮੰਤਰੀ ਦੇ ਕੋਲ ਕੋਈ ਹੱਲ ਨਹੀਂ ਤਾਂ ਮੈਂ ਸਲਾਹ ਦੇਣ ਨੂੰ ਤਿਆਰ ਹਾਂ। मैं प्रधानमंत्री जी से अपील करता हूं कि पंजाब के लिए भी पर्याप्त पानी का इंतजाम करें, हरियाणा के लिए भी पर्याप्त पानी का इंतजाम करें, और अगर उनके पास समाधान नहीं है मेरे को बुला लें, मैं उनको समाधान बता दूंगा, लेकिन बैठ के इसका समाधान करना पड़ेगा। SYL ਤੇ ਕੇਂਦਰ ਪੰਜਾਬ ਸਰਕਾਰ ਤੇ ਇਲਜ਼ਾਮ ਲਗਾ ਰਹੀ ਹੈ ਤੇ ਪੰਜਾਬ ਸਰਕਾਰ ਕੇਂਦਰ ਦੇ ਉੱਤੇ ਬਿਆਨਬਾਜ਼ੀਆਂ ਪਹਿਲਾਂ ਵੀ ਹੁੰਦੀਆਂ ਸਨ ਤੇ ਹੁਣ ਵੀ। ਪਰ ਸਵਾਲ ਇਹ ਹੈ ਕਿ ਮਸਲਾ ਕਿਵੇਂ ਅਤੇ ਕਦੋਂ ਹੱਲ ਹੋਵੇਗਾ। ਤਾਂ ਸਵਾਲ ਇਹ ਵੀ ਹੈ ਕਿ ਕਦੋਂ ਤੇ ਕਿਵੇਂ ਦੇ ਨਾਲ ਕਿਹੜਾ ਫਾਰਮੂਲਾ ਹੈ ਜੋ ਫਿੱਟ ਬੈਠ ਸਕਦਾ ਹੈ ਕਿ ਇਸ SYL ਦਾ ਮੁੱਦਾ ਹੱਲ ਹੋ ਜਾਵੇ। ਅਰਵਿੰਦ ਕੇਜਰੀਵਾਲ ਕੋਲ ਕਿਹੜਾ ਫਾਰਮੂਲਾ ਹੈ? ਉਧਰ ਮੁੱਖ ਮੰਤਰੀ ਭਗਵੰਤ ਮਾਨ ਦੇ SYL ਵਾਲੇ ਬਿਆਨ ਦੇ ਉੱਤੇ ਸਿਆਸੀ ਘਮਸਾਨ ਵੀ ਪੰਜਾਬ ਦੇ ਵਿੱਚ ਛਿੜ ਗਿਆ। ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਪਾਣੀਆਂ ਦਾ ਹੱਕ ਕੇਂਦਰ ਦੇ ਹੱਥਾਂ ਦੇ ਵਿੱਚ ਦੇਣ ਦੇ ਇਲਜ਼ਾਮ ਲਗਾ ਦਿੱਤੇ। ਤੇ ਸਰਕਾਰ ਦੀ ਮੀਟਿੰਗ ਦੇ ਲਈ ਸਹਿਮਤੀ ਜਤਾਉਣ ਦੀ ਦੇਰ ਸੀ ਕਿ ਵਿਰੋਧੀਆਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਅਤੇ ਅਕਾਲੀ ਦਲ ਨੇ ਮੁੱਖ ਮੰਤਰੀ ਮਾਨ ਦੇ ਉੱਤੇ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਦਾ ਇਲਜ਼ਾਮ ਲਗਾਇਆ। ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ, ਆਪਣੀ ਕੁਰਸੀ ਖਾਤਰ ਪੰਜਾਬ ਦੇ ਪਿੱਠ ਤੇ ਛੁਰਾ ਨਾ ਮਾਰੋ। ਮੈਂ ਪਿਛਲੇ 2-3 ਮਹੀਨਿਆਂ 'ਚ ਦੇਖ ਰਿਹਾ ਭਗਵੰਤ ਮਾਨ ਲਗਾਤਾਰ ਕੇਜਰੀਵਾਲ ਦੇ ਕਹਿਣ ਤੇ ਇਸ਼ਾਰੇ ਤੇ ਉਹ ਚੱਲ ਰਿਹਾ। ਕੇਜਰੀਵਾਲ ਨੇ ਆਪਣੇ ਬਿਆਨਾਂ ਦੇ ਵਿੱਚ ਕਾਂਗਰਸ ਅਤੇ BJP ਨੂੰ ਦੋਹਰਾ ਸਟੈਂਡ ਰੱਖਣ ਦੀ ਗੱਲ ਕਹੀ ਸੀ ਤਾਂ ਦੋਵੇਂ ਪਾਰਟੀਆਂ ਆਪੋ ਆਪਣਾ ਸਟੈਂਡ ਦੱਸ ਰਹੀਆਂ ਨੇ, ਆਮ ਆਦਮੀ ਪਾਰਟੀ ਦੇ ਉੱਤੇ ਵਰ ਰਹੀਆਂ ਨੇ। ਇਹ ਆਪ ਦੀ ਲੀਡਰਸ਼ਿਪ ਕੇਜਰੀਵਾਲ ਸਾਹਿਬ ਦਿੱਲੀ ਵਾਸਤੇ ਪਾਣੀ ਮੰਗਦੇ ਨੇ, ਗੁਪਤਾ ਜੀ ਹਰਿਆਣੇ ਵਾਸਤੇ ਮੰਗਦੇ ਨੇ, ਭਗਵੰਤ ਸਿੰਘ ਮਾਨ ਉਹਨਾਂ ਨੂੰ ਅਜੇ ਪਤਾ ਨਹੀਂ ਕਿ ਸਟੈਂਡ ਕੀ ਲੈਣਾ ਹੈ। ਕੇਜਰੀਵਾਲ ਦੀ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਦੇਸ਼ ਦੇ ਸਰਵੋੱਤਮ ਨਿਆਲੇ ਨੇ ਕੀਤੀ ਹੈ ਸ਼ਰਮਨਾਕ। ਸ਼ਾਇਦ ਭਗਵੰਤ ਮਾਨ ਸਾਹਿਬ ਨੂੰ ਸ਼ਰਮ ਆਈ ਨਾ ਹੋਵੇ, ਲੇਕਿਨ ਪੂਰੇ ਪੰਜਾਬ ਨੂੰ ਸ਼ਰਮ ਆਈ ਹੈ। 1982 ਦੇ ਵਿੱਚ ਸ਼ੁਰੂ ਹੋਈ SYL ਦਾ ਵਿਵਾਦ ਅਜੇ ਵੀ ਸਵਾਲਾਂ 'ਚ ਹੈ। ਨਾ ਮਸਲਾ ਹੱਲ ਹੋ ਰਿਹਾ ਹੈ ਅਤੇ ਨਾ ਹੀ ਬਿਆਨਬਾਜ਼ੀ ਬੰਦ ਹੋ ਰਹੀ ਹੈ। ਖੈਰ, ਜਿਸ ਤਰੀਕੇ ਨਾਲ ਸਿਆਸੀ ਬਿਆਨਬਾਜ਼ੀਆਂ ਹੋ ਰਹੀਆਂ ਨੇ, ਸਵਾਲ ਤਾਂ ਕਈ ਖੜੇ ਹੁੰਦੇ ਨੇ, ਪਰ ਜਦੋਂ ਕਿਸੇ ਮੁੱਦੇ ਦੇ ਉੱਤੇ ਸਿਰਫ ਬਿਆਨਬਾਜ਼ੀਆਂ ਹੋਣ, ਨਿਰੋਲ ਸਿਆਸਤ ਹੋਵੇ, ਮੁੱਦੇ ਦਾ ਹੱਲ ਕੋਈ ਕੱਢਣ ਬਾਰੇ ਨਾ ਸੋਚਿਆ ਜਾਵੇ, ਫਿਰ ਫਰਕ ਤਾਂ ਪੈਂਦਾ। ਉਧਰ ਪੰਜਾਬ ਦੇ ਵਿੱਚ ਨਵੇਂ ਟੈਕਸਟਾਈਲ ਪਾਰਕ ਦੇ ਲਈ ਸਰਕਾਰ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ 1000 ਏਕੜ ਜ਼ਮੀਨ ਦਾ ਹੁਣ ਪ੍ਰਪੋਜ਼ਲ ਭੇਜਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਾਰੇ ਦੇ ਵਿੱਚ ਕੇਂਦਰੀ ਟੈਕਸਟਾਈਲ ਮੰਤਰੀ ਪਿਊਸ਼ ਗੋਇਲ ਨੂੰ ਚਿੱਠੀ ਲਿਖੀ ਹੈ।
ਪਹਿਲਾਂ ਇਹ ਪਾਰਕ ਲੁਧਿਆਣਾ ਦੇ ਮੱਤੇਵਾੜਾ ਦੇ ਵਿੱਚ ਲਗਾਇਆ ਜਾ ਰਿਹਾ ਸੀ, ਜਿੱਥੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ। ਹੁਣ ਸੀਐਮ ਮਾਨ ਨੇ ਕਿਹਾ ਕਿ ਇਸ ਪਾਰਕ ਨੂੰ ਬਣਾਉਂਦੇ ਸਮੇਂ ਕੇਂਦਰ ਅਤੇ ਸੂਬੇ ਦੇ ਪ੍ਰਦੂਸ਼ਣ ਬੋਰਡ ਦੇ ਨਾਲ ਜੁੜੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦੇ ਲਈ ਇੱਕ ਥਾਂ ਦੇ ਉੱਤੇ 1000 ਏਕੜ ਜ਼ਮੀਨ ਹੋਣਾ ਬੁਨਿਆਦੀ ਸ਼ਰਤ ਹੈ, ਜਿਸ ਨੂੰ ਪੰਜਾਬ ਸਰਕਾਰ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਲੱਭ ਲਿਆ ਹੈ। ਪ੍ਰੋਜੈਕਟ ਦੇ ਨਾਲ ਜੁੜੀਆਂ ਸਾਰੀਆਂ ਜ਼ਰੂਰਤਾਂ ਨੂੰ ਜਲਦ ਪੂਰਾ ਕਰ ਲਿਆ ਜਾਵੇਗਾ। ਸੀਐਮ ਨੇ ਦਾਅਵਾ ਕੀਤਾ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਇਸ ਪਾਰਕ ਦੇ ਬਣਨ ਦੇ ਨਾਲ ਸੂਬਾ ਦੇਸ਼ ਦਾ ਟੈਕਸਟਾਈਲ ਹੱਬ ਬਣੇਗਾ। ਇਸ ਪ੍ਰੋਜੈਕਟ ਦੇ ਨਾਲ ਪੰਜਾਬ ਦੇ ਸਨਅਤੀ ਵਿਕਾਸ ਨੂੰ ਲਾਹਾ ਮਿਲੇਗਾ। ਇਸ ਨਾਲ ਜਿੱਥੇ ਇਨਵੈਸਟਰ ਆਕਰਸ਼ਿਤ ਹੋਣਗੇ, ਉੱਥੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲੇਗਾ। ਤਾਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਕਿੱਥੇ ਹੋਏਗਾ ਅਜੇ ਤੱਕ ਕਲੀਅਰ ਨਹੀਂ ਹੈ। ਜ਼ਰੂਰ ਕਿਹਾ ਜਾ ਰਿਹਾ ਕਿ ਚੰਡੀਗੜ੍ਹ ਸਰਹੰਦ ਰੋਡ ਦੇ ਨੇੜੇ ਕਿਸੇ ਥਾਂ ਦੇ ਉੱਤੇ ਟੈਕਸਟਾਈਲ ਪਾਰਕ ਦੇ ਲਈ ਜ਼ਮੀਨ ਜ਼ਰੂਰ ਜਿਹੜੀ ਚਿੰਨ੍ਹਿਤ ਕੀਤੀ ਗਈ ਹੈ। ਹਾਲਾਂਕਿ ਉਹ ਕਦੋਂ ਬਣਨਾ ਸ਼ੁਰੂ ਹੋਏਗਾ, ਕੇਂਦਰ ਦੀ ਸਰਕਾਰ ਇਸ ਪ੍ਰਪੋਜ਼ਲ ਦੇ ਉੱਤੇ ਸਹੀ ਪਾਉਂਦੀ ਹੈ ਜਾਂ ਨਹੀਂ, ਇਹ ਵੀ ਅਜੇ ਦੇਖਣ ਵਾਲੀ ਗੱਲ ਰਹੇਗੀ। ਉਧਰ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦਾ ਮੁੱਦਾ ਭਖਿਆ ਹੋਇਆ ਤੇ ਇਸ ਵਿਚਾਲੇ ਕੈਥੋਲਿਕ ਚਰਚ ਦੇ ਬਿਸ਼ਪ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ। ਇੱਕ ਪਾਸੇ ਧਰਮ ਪਰਿਵਰਤਨ ਦਾ ਮੁੱਦਾ ਅਤੇ ਦੂਜੇ ਪਾਸੇ ਤਰਨਤਾਰਨ ਦੇ ਵਿੱਚ ਚਰਚ ਦੇ ਉੱਤੇ ਹਮਲਾ, ਜਿਸ ਤੋਂ ਸਿੱਖ ਬਨਾਮ ਕ੍ਰਿਸਚਨ ਵਾਲਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਇਸੇ ਤਲਖੀ ਭਰੇ ਮਾਹੌਲ ਦੇ ਵਿੱਚ ਕੈਥੋਲਿਕ ਚਰਚ ਦੇ ਬਿਸ਼ਪ ਅਕਾਲ ਤਖਤ ਸਾਹਿਬ ਪਹੁੰਚੇ ਅਤੇ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕੀਤੀ। तो हमने कहा कि हम इसके ऊपर एक साथ काम करेंगे, एक साथ कमेटी जो मेनलाइन चर्चेस रिप्रेजेंटेटिव और बाकी सिख कम्युनिटी के एक साथ हम काम करेंगे, इंफॉर्मेशन शेयर करेंगे, आगे को जो भी एक्शन होगा वो भी हम एक दूसरे के साथ शेयर करेंगे। ਬਿਸ਼ਪ ਦਾ ਕਹਿਣਾ ਹੈ ਕਿ ਮੁਲਾਕਾਤ ਸੁਖਾਵੇਂ ਢੰਗ ਦੇ ਵਿੱਚ ਹੋਈ ਹੈ ਅਤੇ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਤੇ ਭਵਿੱਖ ਦੇ ਵਿੱਚ ਤਾਲਮੇਲ ਬਣਾਉਣ ਦੇ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਜਾਵੇਗਾ। हमारी एक परंपरा है कि हम एक साथ हमेशा रह रहे हैं और रहेंगे भी, और शांति के साथ, और हम उसके विरुद्ध जो भी काम कर रहे हैं वो काम करते हैं। ਧਰਮ ਪਰਿਵਰਤਨ ਨੂੰ ਲੈ ਕੇ ਜਥੇਦਾਰ ਵੀ ਚਿੰਤਤ ਨੇ ਤੇ ਕਈ ਵਾਰ ਇਸ ਦੇ ਉੱਤੇ ਬੋਲ ਵੀ ਚੁੱਕੇ ਨੇ। ਇਸੇ ਵਿਚਾਲੇ ਇਸ ਮੁਲਾਕਾਤ ਦੇ ਵੀ ਕਈ ਮਾਇਨੇ ਕੱਢੇ ਜਾ ਰਹੇ ਨੇ। ਖੈਰ ਮੁਲਾਕਾਤ ਜ਼ਰੂਰ ਹੋਈ ਹੈ, ਪਰ ਜਦੋਂ ਦੋ ਧਿਰਾਂ ਦੇ ਵਿਚਾਲੇ ਕੋਈ ਵਿਵਾਦ ਹੋਵੇ ਤੇ ਉਸ ਧਿਰਾਂ ਨੂੰ ਰਿਪਰੈਜ਼ੈਂਟ ਕਰਨ ਵਾਲੇ ਸਭ ਤੋਂ ਵੱਡੇ ਆਗੂ ਆਪਸ ਦੇ ਵਿੱਚ ਮੁਲਾਕਾਤ ਕਰਕੇ ਇਹ ਜ਼ਿਕਰ ਕਰਨ ਕਿ ਕੋਈ ਨਾ ਕੋਈ ਹੱਲ ਕੱਢ ਲਿਆ ਜਾਵੇਗਾ, ਫਿਰ ਫਰਕ ਤਾਂ ਪੈਂਦਾ ਹੈ। ਅੱਗੇ ਵਧਦੇ ਤੇ ਗੱਲ ਸਾਧੂ ਸਿੰਘ ਧਰਮਸੋਤ ਦੀ। ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ। ਧਰਮਸੋਤ ਤਕਰੀਬਨ 3 ਮਹੀਨਿਆਂ ਤੱਕ ਨਾਭਾ ਜੇਲ੍ਹ ਦੇ ਵਿੱਚ ਬੰਦ ਸੀ। ਗਲ ਚ ਹਾਰ ਤੇ ਪ੍ਰਸ਼ੰਸਕਾਂ ਦੇ ਵੱਲੋਂ ਭਰਵਾਂ ਸਵਾਗਤ। ਇਹ ਸਵਾਗਤ ਹੋ ਰਿਹਾ 3 ਮਹੀਨਿਆਂ ਬਾਅਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦਾ, ਜੋ ਜੇਲ੍ਹ ਤੋਂ ਬਾਹਰ ਆਏ ਨੇ, ਜਿਨ੍ਹਾਂ ਦੇ ਸਵਾਗਤ ਦੇ ਲਈ ਕਾਂਗਰਸੀ ਵਰਕਰ ਅਤੇ ਸਮਰਥਕ ਢੋਲ ਵਜਾ ਕੇ ਵੈਲਕਮ ਬੈਕ ਕਰ ਰਹੇ ਨੇ। ਜੇਲ੍ਹ ਤੋਂ ਬਾਹਰ ਆਉਂਦੇ ਹੀ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜਿੱਥੇ ਸਿਆਸੀ ਮੈਦਾਨ 'ਚ ਬਣੇ ਰਹਿਣ ਦੇ ਸੰਕੇਤ ਦਿੱਤੇ, ਉੱਥੇ ਵਿਰੋਧੀਆਂ ਦੇ ਨਾਲ ਆਪਣੇ ਤੇ ਵੀ ਉਹ ਵਰਦੇ ਨਜ਼ਰ ਆਏ। ਆ ਜਿਹੜਾ ਬੰਦਾ ਜਿੱਥੇ ਮੈਂ ਵੀ 90 ਦਿਨ ਰਹਿ ਕੇ ਆਇਆ, ਇਹ 'ਚ ਕੋਈ ਦੇਸ਼ ਦਾ ਕਾਨੂੰਨ 'ਚ ਹੈ ਨਾ, ਜੇਲ੍ਹ 'ਚ ਬਾਕੀ ਬੰਦੇ ਜਾਂਦੇ ਨੇ, ਮੈਂ ਵੀ ਗਿਆ, ਪਰ ਇੱਥੋਂ ਵੀ ਬੰਦਾ ਕੋਈ ਸਿੱਖ ਕੇ ਨਿਕਲਦਾ, ਮਜ਼ਬੂਤ ਹੋ ਕੇ ਨਿਕਲਦਾ ਹੈ। ਆਪਣਿਆਂ ਤੇ ਪਰਾਇਆਂ ਦਾ ਪਤਾ ਲੱਗਦਾ ਹੈ, ਜਿਹੜੇ ਦਬੇ ਹੋਏ ਦੁਸ਼ਮਣਾਂ ਦਾ ਪਤਾ ਲੱਗਦਾ ਤੇ ਆਪਣਿਆਂ ਦਾ ਪਤਾ ਲੱਗਦਾ ਹੈ। ਦੱਸਦੀ ਕਿ ਵਿਜੀਲੈਂਸ ਨੇ ਧਰਮਸੋਤ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਸੀ। ਧਰਮਸੋਤ ਦੇ ਉੱਤੇ ਜੰਗਲਾਤ ਮੰਤਰੀ ਰਹਿੰਦਿਆਂ ਪਰਮਿਟ ਧਾਰਕਾਂ ਤੋਂ ਪ੍ਰਤੀ ਰੁੱਖ ਦੀ ਕਟਾਈ ਦੇ ਲਈ 5-500 ਰੁਪਏ ਕਮਿਸ਼ਨ ਲੈਣ ਦਾ ਇਲਜ਼ਾਮ ਸੀ। ਰਾਹਤ ਭਰੀ ਖਬਰ ਤਾਂ ਜ਼ਰੂਰ ਆਈ ਸਾਧੂ ਸਿੰਘ ਧਰਮਸੋਤ ਦੇ ਸਮਰਥਕਾਂ ਦੇ ਲਈ। ਕਾਬਿਲੇ ਗੌਰ ਵੀ ਹੈ ਕਿ ਸੋਮਵਾਰ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ, ਪਰ ਰਿਹਾ ਹੁੰਦੇ ਹੁੰਦੇ ਬੁੱਧਵਾਰ ਆ ਗਿਆ। ਅੱਗੇ ਵਧਦੇ ਤੇ ਗੱਲ ਗੁਰਦਾਸ ਮਾਨ ਦੀ। 2 ਸਾਲ ਪਹਿਲਾਂ ਗੁਰਦਾਸ ਮਾਨ ਦੀ ਇੱਕ ਕੰਟਰੋਵਰਸੀ ਹੋਈ, ਜਿਸ ਤੋਂ ਬਾਅਦ ਉਹਨਾਂ ਦਾ ਵਿਰੋਧ ਹੋਇਆ ਤੇ ਉਹਨਾਂ ਸਾਰਿਆਂ ਦੇ ਵਿਰੋਧ ਦਾ ਜਵਾਬ ਹੁਣ ਮਾਨ ਸਾਹਿਬ ਆਪਣੇ ਗਾਣੇ ਦੇ ਜ਼ਰੀਏ ਦਿੰਦੇ ਨਜ਼ਰ ਆਏ ਨੇ। ਤੇ ਗੱਲ ਸੁਣੋ ਪੰਜਾਬੀ ਦੋਸਤੋ, ਗਾਣੇ ਦੇ ਵਿੱਚ ਗੁਰਦਾਸ ਮਾਨ ਨੇ ਉਹਨਾਂ ਸਾਰਿਆਂ ਨੂੰ ਜਵਾਬ ਦਿੱਤਾ ਜਿਨ੍ਹਾਂ ਨੇ ਗੁਰਦਾਸ ਮਾਨ ਦੇ ਵਨ ਲੈਂਗੁਏਜ ਵਨ ਨੇਸ਼ਨ ਵਾਲੇ ਬਿਆਨ ਤੋਂ ਬਾਅਦ ਵਿਰੋਧ ਕੀਤਾ ਸੀ ਤੇ ਫਿਰ ਬਵਾਲ ਹੋਇਆ। ਤੇ ਉਹਨਾਂ ਦੇ ਲਾਈਵ ਸ਼ੋਅ ਦੇ ਵਿੱਚ ਆ ਕੇ ਵੀ ਉਹਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਗੁਰਦਾਸ ਮਾਨ ਨੇ ਜਵਾਬ ਦਿੱਤਾ ਤੇ ਖੜੀਆਂ ਵੀ ਆਪਣੇ ਗੀਤ ਦੇ ਜ਼ਰੀਏ ਸੁਣਾਈਆਂ। ਉਧਰ ਪੰਜਾਬੀ ਬੋਲੀ ਨੂੰ ਲੈ ਕੇ ਗੁਰਦਾਸ ਮਾਨ ਦਾ ਵਿਰੋਧ ਕਰਨ ਵਾਲੇ ਲੇਖਕ ਜਗਰੂਪ ਸਿੰਘ ਦੇ ਵੱਲੋਂ ਰੇਡੀਓ ਤੇ ਗੁਰਦਾਸ ਮਾਨ ਤੇ ਸਵਾਲ ਚੁੱਕੇ ਗਏ ਸਨ ਤੇ ਉਸ ਦੀ ਆਡੀਓ ਵੀ ਗਾਣੇ ਦੇ ਵਿੱਚ ਵਰਤ ਕੇ ਜਵਾਬ ਦਿੱਤਾ ਗਿਆ ਹੈ। ਜਦੋਂ 2 ਸਾਲ ਦੇ ਵਿਰੋਧ ਨੂੰ ਸੁਣਨ ਤੋਂ ਬਾਅਦ ਕਲਮ ਬੋਲੇ, ਫਿਰ ਫਰਕ ਤਾਂ ਪੈਂਦਾ ਹੈ।
ਤਾਂ ਗੱਲ ਸੁਣੋ ਪੰਜਾਬੀ ਦੋਸਤੋ, ਇਸ ਟਰੈਕ ਦੇ ਜ਼ਰੀਏ, ਇਸ ਗਾਣੇ ਦੇ ਜ਼ਰੀਏ ਬਹੁਤ ਸਾਰੇ ਸਵਾਲਾਂ ਦਾ ਜਾਂ ਫਿਰ ਉਹ ਵਿਰੋਧ ਦਾ ਜਵਾਬ ਦੇ ਰਹੇ ਨੇ ਗੁਰਦਾਸ ਮਾਨ, ਜੋ ਕਰੀਬ 2 ਸਾਲ ਪਹਿਲਾਂ ਹੋਏ ਸੀ। ਉਧਰ ਪਟਿਆਲਾ ਦੇ ਬੱਸ ਸਟੈਂਡ ਦੇ ਕੋਲ ਇੱਕ PRTC ਦੀ ਬੱਸ ਬੇਕਾਬੂ ਹੋ ਗਈ ਤੇ ਸਿੱਧਾ ਦੁਕਾਨਾਂ ਦੇ ਵਿੱਚ ਵੜ ਗਈ। 3 ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਤੇ ਵਜ੍ਹਾ हैरान कर देने वाली। ਤੇ ਇਹ PRTC ਦੀ ਨਵੀਂ ਬੱਸ ਖੜੀ ਹੈ ਤੇ ਹੇਠਾਂ ਸਵਾਰੀਆਂ ਖੜੀਆਂ ਨੇ। ਇੰਜ ਲੱਗ ਰਿਹਾ ਕਿ ਬੱਸ ਸਟੈਂਡ ਦੀਆਂ ਤਸਵੀਰਾਂ ਹੋਣ, ਪਰ ਨਹੀਂ, ਇਹ ਬੱਸ ਸਟੈਂਡ ਦੇ ਨੇੜੇ ਦੀਆਂ ਤਸਵੀਰਾਂ ਨੇ ਤੇ ਸਵਾਰੀਆਂ ਬੱਸ ਦੀ ਉਡੀਕ ਨਹੀਂ ਕਰ ਰਹੀਆਂ, ਸਗੋਂ ਹਾਦਸੇ ਦੇ ਇਹ ਪੀੜਤ ਨੇ, ਕਿਉਂਕਿ ਬੱਸ ਚਾਲਕ ਬੱਸ ਨੂੰ ਬੱਸ ਸਟੈਂਡ ਲੈ ਕੇ ਜਾਣ ਦੀ ਬਜਾਏ ਦੁਕਾਨਾਂ ਦੇ ਵਿੱਚ ਲੈ ਕੇ ਵੜ ਗਿਆ। ਇਲਜ਼ਾਮ ਨੇ ਕਿ ਸਟੀਅਰਿੰਗ ਮੋੜਨਾ ਭੁੱਲ ਗਿਆ ਤੇ ਸਿੱਧੇ ਹੀ 3 ਦੁਕਾਨਾਂ ਦੇ ਵਿੱਚ ਬੱਸ ਦੀ ਟੱਕਰ ਕਰਵਾ ਦਿੱਤੀ। ਪੁਲਿਸ ਨੇ ਮੌਕੇ ਤੋਂ ਡਰਾਈਵਰ ਨੂੰ ਵੀ ਕਾਬੂ ਕਰ ਲਿਆ। ਕਾਰਨ ਇਹ ਡਰਾਈਵਰ ਦੀ ਲਾਪਰਵਾਹੀ ਲੱਗਦੀ ਹੈ। ਹੁਣ ਡਰਾਈਵਰ ਨੂੰ ਆਪਾਂ ਲਿਆਂਦਾ, ਉਹਦਾ ਮੈਡੀਕਲ ਕਰਾ ਰਹੇ ਹਾਂ ਤੇ ਜਿਨ੍ਹਾਂ ਦੇ ਦੁਕਾਨਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਬਿਆਨ ਤੇ ਡਰਾਈਵਰ ਦੇ ਖਿਲਾਫ ਪਰਚਾ ਦੇ ਰਹੇ ਹਾਂ। 3 ਦੇ ਵਿੱਚੋਂ 2 ਦੁਕਾਨਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੈ। ਹਾਲਾਂਕਿ ਇਸ ਪੂਰੇ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾ ਰਿਹਾ। ਹੁਣ ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਅੱਜ ਦੇ ਇਤਿਹਾਸ ਦੀ। ਅੱਜ ਦਾ ਇਤਿਹਾਸ ਯਾਨੀ ਕਿ 7 ਸਤੰਬਰ ਦਾ ਇਤਿਹਾਸ ਕੀ ਕੁਝ ਕਹਿੰਦਾ ਹੈ ਉਹ ਤੁਹਾਨੂੰ ਦੱਸਾਂਗੇ। 7 ਸਤੰਬਰ ਦਾ ਇਤਿਹਾਸ ਜੁੜਿਆ ਹੋਇਆ ਹੈ ਇੱਕ ਬੈਂਕ ਦੇ ਨਾਲ। ਜੀ ਬੈਂਕ ਆਫ ਇੰਡੀਆ ਦੀ ਸਥਾਪਨਾ ਹੋਈ ਸੀ 7 ਸਤੰਬਰ ਦੇ ਦਿਨ ਔਰ ਸਾਲ ਸੀ 1906। ਜਿਹਾਂ ਕਰੀਬ 116 ਸਾਲ ਪਹਿਲਾਂ ਬੈਂਕ ਆਫ ਇੰਡੀਆ ਦੀ ਸਥਾਪਨਾ ਹੋਈ। ਇੱਕ ਪ੍ਰਸਿੱਧ ਬਿਜ਼ਨਸਮੈਨ ਨੇ ਮੁੰਬਈ ਤੋਂ ਇਸ ਦੀ ਸ਼ੁਰੂਆਤ ਕੀਤੀ। 1906 ਤੋਂ 1969 ਤੱਕ ਇਹ ਪ੍ਰਾਈਵੇਟ ਬੈਂਕ ਅਦਾਰਾ ਰਿਹਾ ਤੇ 1969 ਦੇ ਵਿੱਚ 13 ਹੋਰ ਬੈਂਕਾਂ ਸਣੇ ਸਰਕਾਰੀ ਬੈਂਕ ਬਣਾ ਦਿੱਤਾ ਗਿਆ। ਸ਼ੁਰੂ ਦੇ ਵਿੱਚ ਇਸ ਬੈਂਕ ਦੀ ਸ਼ੁਰੂਆਤ 50 ਲੱਖ ਰੁਪਏ ਦੇ ਨਾਲ ਹੋਈ ਸੀ ਤੇ ਉਸ ਵੇਲੇ ਇਸ ਬੈਂਕ ਦੇ 50 ਮੁਲਾਜ਼ਮ ਸੀ। ਇਸ ਵਕਤ ਇਸ ਬੈਂਕ ਦੀਆਂ ਦੇਸ਼ ਦੇ ਅੰਦਰ ਕਰੀਬ 5000 ਤੋਂ ਜ਼ਿਆਦਾ ਬ੍ਰਾਂਚੇਸ ਨੇ ਤੇ 45 ਬ੍ਰਾਂਚੇਸ ਫੋਰਨ ਕੰਟਰੀਜ਼ ਦੇ ਵਿੱਚ ਵੀ ਨੇ, ਯਾਨੀ ਕਿ ਵਿਦੇਸ਼ਾਂ ਦੇ ਵਿੱਚ ਨੇ। 18 ਦੇਸ਼ਾਂ 'ਚ ਇਸ ਬੈਂਕ ਦੀਆਂ ਬ੍ਰਾਂਚੇਸ ਨੇ। ਨਿਊਯਾਰਕ, ਪੈਰਿਸ, ਲੰਡਨ, ਦੁਬਈ, ਟੋਕੀਓ, ਸਿੰਗਾਪੁਰ, ਹਾਂਗਕਾਂਗ ਦੇ ਵਿੱਚ ਵੀ ਬੈਂਕ ਦੀਆਂ ਬ੍ਰਾਂਚੇਸ ਨੇ।